ਜਸਟਿਨ ਟਰੂਡੋ ਨੂੰ ਇੱਕ ਤਰੀਕੇ ਦੇ ਨਾਲ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਵਰ ਸਾਡੇ ਹੱਥ ਵਿੱਚ ਹੈ। ਅਸੀਂ ਉਹਨਾਂ ਨਾਲ ਸੰਬੰਧ ਤੋੜਦੇ ਵੀ ਹਾਂ ਤਾਂ ਸਾਨੂੰ ਨੁਕਸਾਨ ਨਹੀਂ ਹੈਗਾ। ਕੈਨੇਡਾ ਸਾਡੇ ਜਿੰਨੇ ਸਖਤ ਡਿਸੀਜਨ ਲੈਂਦਾ ਹੈ ਤਾਂ ਉਹਨਾਂ ਨੂੰ ਨੁਕਸਾਨ ਹੈ। ਭਾਰਤੀ ਜਿਹੜੇ ਨੇ ਕੈਨੇਡਾ 'ਚ ਵਸਦੇ ਨੇ ਉਹਨਾਂ ਨੂੰ ਤਾਂ ਇਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਹੋਣੀ। ਦੋਨੋਂ ਦੇਸ਼ਾਂ 'ਚ ਵੋਟਾਂ ਨੇ, ਆਪਣੇ ਵੀ ਇੱਥੇ ਵੋਟਾਂ ਨੇ, ਉੱਥੇ ਵੀ ਵੋਟਾਂ ਨੇ, ਤਾਂ ਆਪਣੀ ਆਪਣੀ ਵੋਟ ਸਾਧਣ ਵਾਸਤੇ ਸਾਰੇ ਸਟੰਟ ਹੋ ਰਹੇ ਨੇ। ਤਾਂ ਐਵੇਂ ਜਿਹਾ ਪੰਗਾ ਲੈਣਾ ਇੰਡੀਆ ਦੇ ਨਾਲ ਬੇਵਕੂਫੀ ਨਹੀਂ ਲੱਗਦੀ? ਉਹ ਸਾਡਾ ਵੀਜ਼ਾ ਨਹੀਂ ਬੰਦ ਕਰਨਗੇ ਕਿਉਂਕਿ ਉਹਨਾਂ ਨੂੰ ਸਾਡੀ ਹਾਲ ਦੀ ਘੜੀ 'ਚ ਲੋੜ ਹੈ। ਇਦਾਂ ਦੀ ਘਟਨਾ ਜੇ ਤੁਹਾਡੀ US ਨਾਲ ਹੋ ਜਾਂਦੀ, ਇੰਡੀਆ ਦਾ ਕਦੇ ਇਦਾਂ ਦਾ ਰਿਐਕਸ਼ਨ ਨਾ ਆਉਂਦਾ। ਇੱਥੇ ਜਿਹੜੇ ਬੱਚੇ ਨੇ ਜਾਂ ਬੱਚਿਆਂ ਨੇ ਜਿਹੜੇ ਨੇ ਜਾਣਾ ਉਹ ਫਸ ਜਾਣਗੇ। ਫਸਦੇ ਨਹੀਂ ਹੈਗੇ, ਮਾਹੌਲ ਜ਼ਰੂਰ ਤਣਾਅਪੂਰਨ ਬਣਿਆ ਜਾਂਦਾ ਹੈ। ਹੁਣ ਜੋ ਉੱਥੇ ਦੇ ਸਟੂਡੈਂਟਸ ਕਹਿੰਦੇ ਨੇ, ਚਾਹੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਕੁਝ ਬੋਲ ਰਿਹਾ ਹੈ, ਚਾਹੇ ਇੰਡੀਆ ਦੇ ਡੈਲੀਗੇਟਸ ਕੁਝ ਬੋਲ ਰਹੇ ਨੇ, ਸਾਨੂੰ ਇਹਨਾਂ ਚੀਜ਼ਾਂ ਤੋਂ ਲੈਣਾ ਦੇਣਾ ਹੀ ਨਹੀਂ ਹੈ। ਮੈਨੂੰ ਇਹਦੇ ਵਿੱਚ ਨਿਰੋਲ ਸਿਆਸਤ ਤੋਂ ਇਲਾਵਾ ਕੁਝ ਨਹੀਂ ਲੱਭ ਰਿਹਾ ਸੀ। ਰਾਜਨੀਤੀ ਦੇ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਭਾਰਤ ਤੇ ਹਮਲਾ ਹੋਇਆ ਹੈ ਤੇ ਉਹਦਾ ਕਾਊਂਟਰ ਅਟੈਕ ਦੇ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਕਰਕੇ ਦਿਖਾ ਰਹੇ ਹਾਂ ਕਿ ਜੇ ਅਸੀਂ ਮੂੰਹ ਤੋੜ ਕੇ ਜਵਾਬ ਦਿੱਤਾ ਹੈ। ਮੰਨਿਆ ਜਾਂਦਾ ਵੀ ਜਿਹੜਾ ਉੱਥੇ ਸਿੱਖ ਡਾਇਸਪੋਰਾ ਆ ਉਹ ਇਹਨਾਂ ਨੂੰ ਜ਼ਿਆਦਾ ਸਪੋਰਟ ਕਰਦਾ ਹੈ। ਕੀ ਉਹਨਾਂ ਦੇ ਇਮੀਗ੍ਰੈਂਟਸ ਪੂਰੇ ਹੋ ਰਹੇ ਨੇ ਇਸ ਟਾਈਮ ਤੇ? ਇਸ ਟਾਈਮ ਹਾਲੇ ਵੀ 2.5 ਲੱਖ ਬੱਚੇ ਦਾ ਸ਼ਾਰਟੇਜ ਹੈ। ਉਹਨਾਂ ਕੋਲ ਮੈਡਮ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕੋਲ ਟੈਕਸ ਪੇ ਕਰਨ ਦੇ ਲਈ ਬੰਦੇ ਨਹੀਂ ਹੈਗੇ ਜੀ। ਉਹਨਾਂ ਦੀ ਪੋਪੂਲੇਸ਼ਨ ਜਿਹੜੀ ਲੋਕਲ ਪੋਪੂਲੇਸ਼ਨ ਹੈ ਉੱਥੇ ਦੀ ਉਹ ਬੁੜੀ ਹੋ ਰਹੀ ਹੈ। ਤਾਂ ਹੁਣ ਬੱਚਿਆਂ ਨੂੰ ਮਤਲਬ ਜਿਹੜੀ ਪੈਨਿਕ ਵਾਲੀ ਸਿਚੁਏਸ਼ਨ ਹੈ ਉਹਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ। ਮੰਨ ਲਓ ਜੇ ਸਰਕਾਰਾਂ ਦੇ ਦਿਮਾਗ ਖਰਾਬ ਹੀ ਹੋ ਜਾਣ, ਲੀਡਰ ਡਰਕੋਨੀਅਨ ਹੋ ਜਾਣ। ਟਰੰਪ ਨੇ ਪਾਬੰਦੀ ਲਾਈ ਸੀਗੀ ਜੀ ਅਮਰੀਕਾ ਦੇ ਵਿੱਚ ਵੀ ਅਸੀਂ ਕੁਝ ਮੁਸਲਿਮ ਕੰਟਰੀਆਂ ਚੋਂ ਡਾਇਰੈਕਟ ਫਲਾਈਟ ਹੀ ਨਹੀਂ ਆਉਣ ਦੇਣੀ ਕਿਉਂਕਿ ਉਹ ਕਹਿੰਦੇ ਵੀ ਇਹਨਾਂ ਮੁਲਕਾਂ ਚੋਂ ਇਲੀਗਲ ਇਮੀਗ੍ਰੈਂਟਸ ਆਉਂਦਾ ਆ। ਬਟ ਕੋਰਟ ਨੇ ਉਹਦਾ ਆਰਡਰ ਸਟਰਕ ਡਾਊਨ ਕਰਤਾ ਵੀ ਇਹ ਡੈਮੋਕ੍ਰੈਟਿਕ ਆਰਡਰ ਨਹੀਂ ਹੈਗਾ। ਕੋਰਟ ਨੇ ਆਰਡਰ ਘੇਰਤਾ ਕਿ G20 ਤੋਂ ਨਾਰਾਜ਼ ਹੋ ਕੇ ਜਦੋਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵਾਪਸ ਆਪਣੇ ਦੇਸ਼ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਬਿਆਨ ਜਾਰੀ ਕਰਦੇ ਨੇ ਕਿ ਪ੍ਰੈਸ਼ਰ ਦੇ ਵਿੱਚ ਨੇ ਜਸਟਿਨ ਟਰੂਡੋ ਇਸ ਵੇਲੇ ਕਿ ਪੰਜਾਬ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ ਜੋ ਪ੍ਰਾਈਮ ਮਿਨਿਸਟਰ ਦੇ ਵੱਲੋਂ ਜਾਂ ਇੱਥੋਂ ਦੇ ਡੈਲੀਗੇਟਸ ਦੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਹੈ, ਕੈਨੇਡਾ ਦੇ ਵਿੱਚ ਵਸਦੇ ਜਿੰਨੇ ਵੀ ਲੋਕ ਨੇ, ਚਾਹੇ ਉਹ ਇਸ ਸਮੇਂ ਉੱਥੇ ਪਰਮਨੈਂਟ ਰੈਜ਼ੀਡੈਂਟ ਹੈ ਜਾਂ ਫਿਰ ਨਹੀਂ ਹੈ, ਉੱਥੇ ਦੇ ਸਟੂਡੈਂਟਸ ਨੂੰ ਇਸ ਉੱਤੇ ਕਿੰਨਾ ਅਸਰ ਪਏਗਾ, ਕਿਸ ਢੰਗ ਦੇ ਨਾਲ ਜਿਹੜੀ ਇਹ ਮੌਜੂਦਾ ਸਥਿਤੀ ਆਪੜੀ ਹੈ ਕਿ ਭਾਰਤ ਤੇ ਕੈਨੇਡਾ ਦੇ ਵਿਚਾਲੇ ਹਾਲਾਂਕਿ ਬਹੁਤ ਸਮੇਂ ਪਹਿਲਾਂ ਤੋਂ ਹੀ ਜਿਹੜਾ ਤਣਾਅਪੂਰਨ ਸਥਿਤੀਆਂ ਕਦੇ ਵੀ ਵੇਖਣ ਨੂੰ ਇਸ ਢੰਗ ਦੇ ਨਾਲ ਹਾਲਾਂਕਿ ਨਹੀਂ ਮਿਲੀਆਂ, ਪਰ ਇਹ ਜੋ ਬਿਆਨ ਦੇ ਦਿੱਤਾ ਹੈ ਜਸਟਿਨ ਟਰੂਡੋ ਨੇ ਕਿ ਪ੍ਰੈਸ਼ਰ ਦੇ ਵਿੱਚ ਦਿੱਤਾ ਹੈ ਜੋ ਭਾਰਤ ਦੇ ਵੱਲੋਂ ਜਿਹੜਾ ਉੱਥੇ ਦੇ ਵੀਜ਼ਾਸ ਜਿਹੜੇ ਨੇ ਕੈਨੇਡੀਅਨਸ ਦੇ ਰੱਦ ਕੀਤੇ ਗਏ ਨੇ, ਇਹ ਪੂਰੀ ਸਥਿਤੀ ਕਿੱਥੇ ਤੱਕ ਜਾਏਗੀ, ਭਾਰਤੀਆਂ ਤੇ ਕਿੰਨਾ ਅਸਰ ਹੋਵੇਗਾ, ਕਿ ਜੋ ਇੱਥੇ ਦੇ ਕੰਸਲਟੈਂਟਸ ਨੇ ਉਹਨਾਂ ਦੇ ਕੰਮ ਤੇ ਅਸਰ ਪਏਗਾ ਕਿ ਬੰਦ ਹੋ ਜਾਣਗੇ ਕੰਸਲਟੈਂਟਸ ਦੀਆਂ ਜੋ ਦੁਕਾਨਾਂ ਨੇ ਕਿਉਂਕਿ ਬਹੁਤ ਸਾਰੇ ਕੰਮ ਜਿਹੜੇ ਨੇ ਇੱਥੋਂ ਹੀ ਚੱਲਦੇ ਨੇ। ਇਸ ਪੂਰੀ ਗੱਲਬਾਤ ਦੇ ਉੱਤੇ ਅੱਜ ਚਰਚਾ ਕਰਾਂਗੇ। ਸਾਡੇ ਨਾਲ ਅਤਰਪਾਲ ਸਿੰਘ ਜੀ ਮੌਜੂਦ ਨੇ ਇੰਡੋ-ਔਜ਼ ਇੰਟਰਨੈਸ਼ਨਲ ਤੋਂ। ਬਹੁਤ-ਬਹੁਤ ਸਵਾਗਤ ਹੈ ਰੋਜ਼ਾਨਾ ਸਪੋਰਟਸ। ਧੰਨਵਾਦ ਜੀ ਮੈਮ ਜੀ। ਆਇਆਂ ਨੂੰ ਕਹਿਣਾ ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਲੱਗਦਾ ਹੈ ਕਿ ਕੈਨੇਡਾ ਦੇ ਜੋ ਪ੍ਰਾਈਮ ਮਿਨਿਸਟਰ ਨੇ ਇਸ ਸਮੇਂ ਡਰੇ ਹੋਏ ਨੇ ਤੇ ਡਰ ਦੇ ਵਿੱਚ ਉਹਨਾਂ ਨੇ ਬਿਆਨ ਦੇ ਦਿੱਤਾ ਪਹਿਲਾਂ ਤੇ ਜੰਗ ਛੇੜ ਲਈ ਆਪ ਹੀ? ਮੈਮ ਹੁਣ ਇਹਦੇ ਵਿੱਚ ਦੇਖੋ ਡਰੇ ਹੋਏ ਨੇ ਜਾਂ ਇਹਦੇ ਬਾਰੇ ਮੈਂ ਜ਼ਿਆਦਾ ਨਹੀਂ ਕਹਿ ਸਕਦਾ ਕਿਉਂਕਿ ਬਤੌਰ ਪੱਤਰਕਾਰ ਤੁਹਾਡੀ ਰੀਡਿੰਗਸ ਇਹਦੇ ਵਿੱਚ ਜ਼ਿਆਦਾ ਹੁੰਦੀਆਂ ਨੇ ਕਿ ਕਿੱਦਾਂ ਦਾ ਬੰਦਾ ਕਿੱਦਾਂ ਦੇ ਹਾਲਾਤਾਂ 'ਚ ਬਿਆਨ ਦੇ ਰਿਹਾ ਆ। ਮੈਂ ਇਹਦੇ ਵਿੱਚ ਤੁਹਾਨੂੰ ਸਿਰਫ ਜੋ ਕੰਸਲਟੈਂਟਸ ਦਾ ਪੱਖ ਹੈ ਜਾਂ ਇਹਦੇ ਵਿੱਚ ਜੋ ਸਟੂਡੈਂਟਸ ਦਾ ਪੱਖ ਹੈ ਜਾਂ ਜੋ ਸਟੂਡੈਂਟਸ ਦੇ ਉੱਤੇ ਇਹਨਾਂ ਦਾ ਅਸਰ ਹੋਣਾ ਆ ਜਾਂ ਸਾਡੀ ਇੰਡਸਟਰੀ ਤੋਂ ਜੋ ਅਸਰ ਹੋਣਾ ਆ ਉਹਦੇ ਬਾਰੇ ਮੈਂ ਤੁਹਾਨੂੰ ਇਹਦੇ ਬਾਰੇ ਜ਼ਰੂਰ ਚਾਨਣਾ ਪਾ ਸਕਦਾ। ਜਿੱਥੇ ਤੱਕ ਮੇਰਾ ਮੰਨਣਾ ਆ ਜੀ ਇਸ ਮਸਲੇ ਦੇ ਵਿੱਚ ਸ਼ਾਇਦ ਸਾਡੀ ਇੰਡਸਟਰੀ ਨੂੰ ਜਾਂ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਸ਼ਾਇਦ ਅਸਰ ਨਹੀਂ ਪਏਗਾ ਇਸ ਚੀਜ਼ ਦੇ ਨਾਲ ਕਿਉਂਕਿ ਇਹਦੇ ਵਿੱਚ ਜੋ ਆਪਾਂ ਜਿੰਨੀ ਕੁ ਡਿਵੈਲਪਮੈਂਟ ਹੋਈ ਹੈ ਦੋਨੋਂ ਕੰਟਰੀਜ਼ ਦੇ ਰਿਲੇਸ਼ਨ ਨੂੰ ਲੈ ਕੇ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਠੋਸ ਕਾਰਵਾਈਆਂ ਹੋਣਗੀਆਂ ਜੀ। ਠੀਕ ਹੈ, ਇੰਡੀਆ ਵਾਲਿਆਂ ਨੇ ਵੀਜ਼ੇ ਬੰਦ ਕਰਤੇ ਕਿ ਅਸੀਂ ਕੈਨੇਡਾ ਵਾਲਿਆਂ ਨੂੰ ਵੀਜ਼ੇ ਨਹੀਂ ਦੇਣੇ। ਜਿਹੜੇ ਭਾਰਤੀ ਜਿਹੜੇ ਨੇ ਕੈਨੇਡਾ 'ਚ ਵਸਦੇ ਨੇ ਉਹਨਾਂ ਨੂੰ ਤਾਂ ਇਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਹੋਣੀ। ਜੇ ਕਿਸੇ ਨੇ ਇੱਥੇ ਭਾਰਤ ਆਉਣਾ ਹੋਇਆ ਉਹਨਾਂ ਲਈ ਤਾਂ ਔਖਾ ਹੋ ਜੂ ਨਾ। ਮੋਸਟਲੀ ਜਿਹੜੇ ਬੰਦੇ ਆਪਣੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਭਾਰਤ ਤੋਂ ਗਏ ਹੋਏ ਨੇ ਜੀ ਉਹਨਾਂ ਕੋਲ OCI ਕਾਰਡ ਹੈਗੇ ਨੇ। OCI ਕਾਰਡ ਤੇ ਤਾਂ ਕੋਈ ਇੰਪਲੀਮੇਸ਼ਨ ਨਹੀਂ ਆਈ ਹੈਗੀ। ਕੋਈ ਬੱਚਾ ਉੱਧਰ ਜੰਮਿਆ ਆ ਜਾਂ ਕੋਈ ਇੱਧਰੋਂ ਗਏ ਸੀਗੇ ਉਹਨਾਂ ਕੋਲ OCI ਕਾਰਡ ਸੀ, ਬੱਚਾ ਉੱਧਰ ਜੰਮਿਆ ਆ, ਬੱਚੇ ਨੂੰ ਨਾਲ ਲੈ ਕੇ ਇੰਡੀਆ ਆਉਣਾ, ਅੱਗੇ ਵਿਆਹਾਂ ਦਾ ਸੀਜ਼ਨ ਆ ਰਿਹਾ, ਉਹਨਾਂ ਲਈ ਇਹ ਪ੍ਰੋਬਲਮ ਜ਼ਰੂਰ ਆਈ ਹੈ ਜੀ। ਬਟ ਜਿਹੜੇ ਬੰਦਿਆਂ ਕੋਲ OCI ਕਾਰਡ ਹੈਗੇ ਨੇ ਜਾਂ ਹਾਲੇ ਵੀ ਪਾਸਪੋਰਟ ਉਹਨਾਂ ਕੋਲ ਇੰਡੀਆ ਦੇ ਨੇ, ਬੇਸ਼ੱਕ PR ਕੈਨੇਡਾ ਦੀ ਹੈਗੀ ਆ, ਉਹਨਾਂ 'ਤੇ ਇਸ ਚੀਜ਼ ਦਾ ਕੋਈ ਅਸਰ ਨਹੀਂ। ਵੈਸੇ ਵੀ ਇਹ ਟੈਂਪਰੇਰੀ ਪ੍ਰੋਵੀਜ਼ਨਸ ਹੁੰਦੀਆਂ ਨੇ, ਇੱਕ ਦੂਜੇ ਦੀਆਂ ਨਾਰਾਜ਼ਗੀਆਂ ਨੇ, ਇਸ ਕਰਕੇ ਟੈਂਪਰੇਰੀ ਪ੍ਰੋਵੀਜ਼ਨਸ ਨੇ। ਹਾਂ ਜਿਹੜੇ ਬੰਦੇ
ਥੋੜੇ ਟਾਈਮ 'ਚ ਆਉਣਾ ਚਾਹੁੰਦੇ ਸੀਗੇ। ਜਿੱਦਾਂ ਹੁਣ ਮੌਜੂਦਾ ਹਾਲਾਤ, ਅੱਗੇ ਵਿਆਹਾਂ ਦਾ ਸੀਜ਼ਨ ਆ ਰਿਹਾ ਜੀ ਸਰਦੀਆਂ ਦੇ ਵਿੱਚ, ਉਹਨਾਂ ਬੰਦਿਆਂ ਤੇ ਜ਼ਰੂਰ ਅਸਰ ਹੈ, ਪਰ ਲੌਂਗ ਟਰਮ ਦੇ ਵਿੱਚ ਮੈਨੂੰ ਇਹ ਚੀਜ਼ ਕੋਈ ਜ਼ਿਆਦਾ ਲੰਬੀ ਖਿੱਚਦੀ ਦਿਖ ਨਹੀਂ ਰਹੀ ਹੈਗੀ। ਪਰ ਜਿਸ ਢੰਗ ਦੇ ਨਾਲ ਭਾਰਤ ਦੇ ਜੋ ਡੈਲੀਗੇਟਸ ਨੇ ਉਹਨਾਂ ਦੇ ਵੱਲੋਂ ਹਰ ਦਿਨ ਬਿਆਨ ਆ ਰਿਹਾ, ਪਿਛਲੇ 3 ਦਿਨਾਂ ਦੇ ਵਿੱਚ 3 ਵੱਖ-ਵੱਖ ਬਿਆਨ ਜਿਹੜੇ ਦਿੱਤੇ ਗਏ। ਆਖਰੀ ਬਿਆਨ ਦੀ ਜੇ ਗੱਲ ਕਰਦੇ ਤਾਂ ਉਹਨਾਂ ਨੇ ਇਹਦੇ ਵਿੱਚ ਇਹ ਕਿਹਾ ਕਿ ਅਸੀਂ ਸਸਪੈਂਡ ਕਰ ਰਹੇ ਹਾਂ ਵੀਜ਼ੇ ਨਹੀਂ ਦੇਣੇ, ਕੈਨੇਡਾ ਦੇ ਜਿੰਨੇ ਵੀ ਚਾਹੇ ਉਹ ਉੱਥੇ ਦੇ ਲੋਕ ਨੇ ਉਹਨਾਂ ਨੂੰ ਅਸੀਂ ਵੀਜ਼ੇ ਨਹੀਂ ਦੇਣੇ ਹੈਗੇ। ਤਾਂ ਪੈਨਿਕ ਮਾਹੌਲ ਕਿਤੇ ਨਾ ਕਿਤੇ ਤਾਂ ਉਹ ਖੁਦ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਜਵਾਬ ਹੈ ਉਹਨਾਂ ਦਾ ਉਹਨਾਂ ਲੋਕਾਂ ਨੂੰ, ਜਾਂ ਫਿਰ ਉਹ ਜਸਟਿਨ ਟਰੂਡੋ ਨੂੰ ਇੱਕ ਤਰੀਕੇ ਦੇ ਨਾਲ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਵਰ ਸਾਡੇ ਹੱਥ ਵਿੱਚ ਹੈ। ਇਹਦੇ ਵਿੱਚ ਮੈਨੂੰ ਜਿੰਨੇ ਵੀ ਇਹ ਘਟਨਾਕ੍ਰਮ ਹੋ ਰਹੇ ਨੇ, ਮੈਨੂੰ ਇਹਦੇ ਵਿੱਚ ਨਿਰੋਲ ਸਿਆਸਤ ਤੋਂ ਇਲਾਵਾ ਕੁਝ ਨਹੀਂ ਲੱਭ ਰਿਹਾ ਜੀ। ਇੰਡੀਆ ਨੇ ਕੈਨੇਡਾ ਦੇ ਵੀਜ਼ਾ ਬੰਦ ਕਰਤੇ, ਠੀਕ ਹੈ ਜੀ। ਕਿੰਨਾ ਕੁ ਟ੍ਰੇਡ ਕਰਨ ਦੇ ਲਈ ਬੰਦਾ ਕੈਨੇਡਾ ਤੋਂ ਇੰਡੀਆ ਆਉਂਦਾ ਆ? ਬਹੁਤ ਥੋੜਾ ਬੰਦਾ ਆਉਂਦਾ। ਜ਼ਿਆਦਾਤਰ ਜਿਹੜੇ ਆਪਣੇ ਹੀ ਬੰਦੇ ਇੱਥੋਂ ਨੇ ਜਿਨ੍ਹਾਂ ਨੇ ਪ੍ਰਵਾਸ ਕਰਿਆ ਕੈਨੇਡਾ 'ਚ, ਉਹਨਾਂ ਦਾ ਹੀ ਜ਼ਿਆਦਾ ਆਉਣ ਜਾਣਾ ਹੈ, ਵਪਾਰ ਦੇ ਲਈ ਨਹੀਂ ਆਉਂਦਾ। ਸਾਡੀ ਇਸ ਤੋਂ ਪਹਿਲਾਂ ਇੰਡੀਆ ਦੀ ਝੱਟ ਚਾਈਨਾ ਦੇ ਨਾਲ ਪੈ ਚੁੱਕੀ ਹੈ ਜੀ। ਜਿੱਥੇ ਦਾਅਵਾ ਕਰਿਆ ਜਾਂਦਾ ਰਿਪੋਰਟਾਂ ਦੇ ਆਧਾਰ 'ਤੇ ਵੀ ਉਹਨਾਂ ਨੇ ਸਾਡਾ ਏਰੀਆ ਦੱਬ ਲਿਆ ਜੀ। ਬਟ ਇੰਡੀਆ ਨੇ ਇੰਨਾ ਸਖਤ ਐਕਸ਼ਨ ਚਾਈਨਾ ਦੇ ਖਿਲਾਫ ਨਹੀਂ ਸੀ ਲਿਆ, ਕਿਉਂਕਿ ਉੱਥੇ ਵਪਾਰ ਦੇ ਵਿੱਚ ਡਾਇਰੈਕਟਲੀ ਸਾਨੂੰ ਵੀ ਫਰਕ ਪੈਂਦਾ ਆ। ਇੱਦਾਂ ਦੀ ਘਟਨਾ ਜੇ ਤੁਹਾਡੀ US ਨਾਲ ਹੋ ਜਾਂਦੀ, ਇੰਡੀਆ ਦਾ ਕਦੇ ਇੱਦਾਂ ਦਾ ਰਿਐਕਸ਼ਨ ਨਾ ਆਉਂਦਾ, ਕਿਉਂਕਿ ਇੱਥੇ ਇੰਡੀਆ ਨੂੰ ਵੀਜ਼ਾ ਬੰਦ ਕਰਕੇ ਸਰਦਾ ਆ। ਇਸ ਕਰਕੇ ਉਹਨਾਂ ਨੇ ਕਰਿਆ। ਇੱਕ ਤਰ੍ਹਾਂ ਦਾ ਹੁਣ ਜਿਹੜੀ ਰਾਜਨੀਤੀ ਹੈ ਆਪਣੇ ਹਿੰਦੁਸਤਾਨ ਦੀ, ਉਹ ਰਾਜਨੀਤੀ ਦੇ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਵੀ ਜੀ ਭਾਰਤ 'ਤੇ ਹਮਲਾ ਹੋਇਆ, ਇਹ ਅਟੈਕ ਔਨ ਇੰਡੀਆ ਹੋ ਰਿਹਾ ਜੀ ਇਹ, ਅਤੇ ਉਹਦਾ ਕਾਊਂਟਰ ਅਟੈਕ ਦੇ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਕਰਕੇ ਦਿਖਾ ਰਹੇ ਹਾਂ ਕਿ ਜੀ ਅਸੀਂ ਮੂੰਹ ਤੋੜ ਕੇ ਜਵਾਬ ਦਿੱਤਾ ਆ। ਪਰ ਜਿਹਦਾ ਆਪਾਂ ਇੰਪਲੀਮੈਂਟੇਸ਼ਨ ਦੇਖੀਏ, ਇਫੈਕਟ ਦੇਖੀਏ, ਬਹੁਤ ਮਾਈਨਰ ਹੋਣਾ ਜੀ। ਰਾਜਨੀਤਿਕ ਮੁੱਦਾ, ਇਹਨੂੰ ਰਾਜਨੀਤਿਕ ਹਵਾ ਹੀ ਦਿੱਤੀ ਜਾ ਰਹੀ ਹੈ, ਹੋਰ ਕੁਛ ਨਹੀਂ। ਦੋਨੋਂ ਦੇਸ਼ਾਂ 'ਚ ਵੋਟਾਂ ਨੇ, ਆਪਣੇ ਵੀ ਇੱਥੇ ਵੋਟਾਂ ਨੇ, ਉੱਥੇ ਵੀ ਵੋਟਾਂ ਨੇ, ਤਾਂ ਆਪਣੀ ਵੋਟ ਸਾਧਣ ਵਾਸਤੇ ਸਾਰੇ ਸਟੰਟ ਹੋ ਰਹੇ ਨੇ। ਜੇ ਤੁਸੀਂ ਇਹਦਾ ਅਸਲੀ ਇੰਪਲੀਮੈਂਟੇਸ਼ਨ ਦੇਖੋ, ਮੈਨੂੰ ਕੋਈ ਖਾਸ ਫਰਕ ਆਉਂਦਾ ਨਹੀਂ ਦਿਖਦਾ। ਕਿੰਨਾ ਕੁ ਬੰਦਾ ਤੁਸੀਂ ਦੇਖਿਆ ਵੀ ਜਿਹੜਾ ਕੈਨੇਡਾ ਤੋਂ ਇੰਡੀਆ 'ਚ ਵਪਾਰ ਕਰਨ ਆ ਰਿਹਾ? ਬਹੁਤ ਥੋੜ੍ਹਾ ਬੰਦਾ ਆ। ਜਿਹੜਾ ਬੰਦਾ ਕੋਈ ਇੱਧਰੋਂ ਆਪਣੇ ਗਏ ਹੋਏ ਨੇ, ਉਹਨਾਂ ਦੇ ਇੱਧਰ ਵਪਾਰ ਆਲਰੇਡੀ ਚੱਲ ਰਹੇ ਨੇ, ਉਹਨਾਂ ਦੀਆਂ ਜ਼ਮੀਨਾਂ ਮਕਾਨ ਹੈਗੇ ਨੇ, ਉਹਨਾਂ ਕੋਲ OCI ਕਾਰਡ ਹੈਗੇ ਨੇ, ਜਾਂ ਉਹਨਾਂ ਕੋਲ ਪਾਸਪੋਰਟ ਹੀ ਇੰਡੀਆ ਦੇ ਨੇ, ਤਾਂ ਉਹਨਾਂ ਨੂੰ ਤਾਂ ਵੈਸੇ ਵੀ ਕੋਈ ਪ੍ਰੋਬਲਮ ਨਹੀਂ ਆਉਣੀ, ਟਰੈਵਲ ਰਿਸਟ੍ਰਿਕਸ਼ਨ ਲੱਗਣੀ ਨਹੀਂ ਹੈਗੀ। ਸੋ ਜਾਂ ਤਾਂ ਉਹਨਾਂ ਨੇ ਟਰੈਵਲ ਰਿਸਟ੍ਰਿਕਸ਼ਨ ਹੀ ਲਾ ਦਿੱਤੀ ਹੁੰਦੀ ਜੀ ਕਿ ਅਸੀਂ ਕੈਨੇਡਾ ਤੋਂ ਜਹਾਜ਼ ਹੀ ਨਹੀਂ ਆਉਣ ਦਿੰਦਾ, ਫਿਰ ਉਸ ਚੀਜ਼ ਨੂੰ ਆਪਾਂ ਮੰਨਦੇ ਕਿ ਚਲੋ ਉਸ ਚੀਜ਼ ਨਾਲ ਬਹੁਤ ਜ਼ਿਆਦਾ ਅਸਰ ਹੁੰਦਾ। ਪਰ ਜੇ ਆਪਾਂ ਦੇਖਿਆ ਜਾਵੇ, ਨਹੀਂ ਹੁੰਦੀ ਜੀ ਇਹ ਚੀਜ਼। ਮੈਨੂੰ ਇਹਦੇ 'ਚ ਕੋਈ ਖਾਸ ਅਸਰ ਨਹੀਂ ਦਿਖ ਰਿਹਾ ਹੈਗਾ ਇਸ ਚੀਜ਼ ਨਾਲ। ਮਤਲਬ ਜਿੱਡੀ ਇਹਦੀ ਹਾਈਪ ਕ੍ਰੀਏਟ ਕਰੀ ਜਾ ਰਹੀ ਹੈ, ਜੇ ਆਪਾਂ ਨੰਬਰ ਆਫ ਪੀਪਲ ਦੇਖੀਏ ਕਿ ਕਿੰਨੇ ਕੁ ਲੋਕਾਂ 'ਤੇ ਇਹਦਾ ਅਸਰ ਹੋਊਗਾ, ਮੈਨੂੰ ਬਹੁਤ ਘੱਟ ਬੰਦਿਆਂ 'ਤੇ ਇਹਦਾ ਅਸਰ ਹੁੰਦਾ ਦਿਖ ਰਿਹਾ। ਉਹ ਤੁਸੀਂ ਕਿੱਦਾਂ ਕਹਿ ਸਕਦੇ ਹੋ? ਕਿਉਂਕਿ ਇਸ ਟਾਈਮ 'ਤੇ ਜਿਹੜੇ ਪੰਜਾਬੀ ਜੇ ਮੰਨੀਏ ਤਾਂ ਮੇਰੇ ਖਿਆਲ ਨਾਲ ਮੈਨੂੰ ਇੱਦਾਂ ਲੱਗਦਾ ਹੈ ਕਿ ਜੇ ਪ੍ਰਾਈਮ ਮਿਨਿਸਟਰ ਉੱਥੇ ਦੇ ਇੱਦਾਂ ਦਾ ਬਿਆਨ ਦਿੰਦੇ ਨੇ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਪਿੱਛੇ ਕੋਈ ਸ਼ੈ ਹੈ, ਕੋਈ ਇੱਦਾਂ ਦੀ ਪਾਵਰਫੁਲ ਕਮਿਊਨਿਟੀ ਵੀ ਉਹਨਾਂ ਦੇ ਪਿੱਛੇ ਹੋ ਸਕਦੀ ਹੈ, ਤਾਂ ਹੀ ਕਰਕੇ ਉਹ ਇੱਦਾਂ ਦੇ ਬਿਆਨ ਦੇ ਰਹੇ ਨੇ। ਸ਼ਾਇਦ ਉਹਨਾਂ ਨੂੰ ਹੱਲਾਸ਼ੇਰੀ ਮਿਲੀ ਹੋ ਸਕਦੀ ਹੈ, ਤਾਂ ਹੀ ਕਰਕੇ ਉਹ ਕਹਿੰਦੇ ਕੋਈ ਗੱਲ ਨਹੀਂ, ਆਪਾਂ ਬਾਅਦ ਦੇ ਵਿੱਚ ਇਸ ਚੀਜ਼ ਨੂੰ ਨਿਪਟ ਲਾਂਗੇ। ਬਿਲਕੁਲ ਜੀ, ਇਹ ਹੱਲਾਸ਼ੇਰੀ ਹੈਗੀ ਹੈ ਜੀ, ਇਹ ਨਿਰੋਲ ਰਾਜਨੀਤੀ ਹੈ। ਜਿੱਦਾਂ ਸਾਡੇ ਉਰੇ ਵਾਲੇ ਰਾਜਨੀਤੀ, ਉਹਨਾਂ ਦੀ ਵੀ ਉੱਥੇ ਆਪਣੀ ਇੱਕ ਰਾਜਨੀਤੀ ਚੱਲਦੀ ਹੈ। ਜਸਟਿਨ ਆਪਣੇ ਜਿਹੜੇ ਪ੍ਰਾਈਮ ਮਿਨਿਸਟਰ ਟਰੂਡੋ ਨੇ, ਮੰਨਿਆ ਜਾਂਦਾ ਵੀ ਜਿਹੜਾ ਉੱਥੇ ਸਿੱਖ ਡਾਇਸਫੋਰਾ ਆ, ਉਹ ਇਹਨਾਂ ਨੂੰ ਜ਼ਿਆਦਾ ਸਪੋਰਟ ਕਰਦਾ ਆ। ਈਵਨ ਜਿਹੜਾ ਉੱਥੇ ਵਿਦਿਨ ਦਾ ਸਿੱਖ ਡਾਇਸਫੋਰਾ, ਇੱਕ ਜਿਹੜਾ ਖਾਲਿਸਤਾਨ ਡਾਇਸਫੋਰਾ ਆ, ਉਹ ਵੀ ਉਹਨਾਂ ਨੂੰ ਸਪੋਰਟ ਕਰਦਾ ਆ। ਇਸ ਕਰਕੇ ਹੋ ਸਕਦਾ ਵੀ ਉਹ ਆਪਣੀ 2.5% ਵੋਟ ਸਾਧਣ ਦੇ ਲਈ ਇਹ ਸਾਰੇ ਬਿਆਨ ਦਿੱਤੇ ਜਾ ਰਹੇ ਨੇ। ਕਿਉਂਕਿ ਜੇ ਆਪਾਂ ਅਸਲ 'ਚ ਦੇਖੀਏ ਨਾ ਜੀ ਕਿ ਸਖਤਾਈ ਹੋ ਗਈ ਜੀ ਦੋਨੋਂ ਪਾਸਿਓਂ, ਦੋਨਾਂ ਦੇ ਸੰਬੰਧਾਂ 'ਚ ਤਣਾਅ ਆ ਗਿਆ, ਵਪਾਰ 'ਤੇ ਕਿੰਨਾ ਕੁ ਅਸਰ ਪਿਆ। ਇੱਕ ਬਾਇਲੈਟਰਲ ਟ੍ਰੇਡ ਐਗਰੀਮੈਂਟ ਹੋਣਾ ਸੀਗਾ ਇਹਨਾਂ ਦਾ, ਉਹਦੇ ਪਰ ਹਾਲੇ ਗੱਲ ਚੱਲ ਰਹੀ ਸੀ। ਜੇ ਮਹੀਨਾ 2 ਮਹੀਨਾ ਗੱਲ ਰੁਕ ਵੀ ਜਾਊਗੀ, ਕੀ ਫਰਕ ਪੈਂਦਾ ਜੀ ਉਹਦੇ 'ਚ? ਜਾਂ ਤਾਂ ਚੱਲਦੇ ਵਪਾਰ 'ਤੇ ਗੰਡਾਸਾ ਚੱਲਿਆ ਹੁੰਦਾ, ਫਿਰ ਤਾਂ ਆਪਾਂ ਮੰਨਦੇ ਵੀ ਬਹੁਤ ਵੱਡੀ ਚੀਜ਼ ਸੀਗੀ। ਬਟ ਉੱਥੇ ਉਹ ਐਂਟੀ ਇੰਡੀਆ ਡਾਇਸਫੋਰਾ ਜਾਂ ਜਿਹੜੇ ਖਾਲਿਸਤਾਨ ਡਾਇਸਫੋਰਾ ਆ, ਉਹਨੂੰ ਕਾਊਂਟਰ ਕਰਨ ਦੇ ਲਈ ਬਿਆਨ ਆ ਰਹੇ ਨੇ। ਇੱਧਰੋਂ ਅਟੈਕ ਔਨ ਇੰਡੀਆ ਕਰਕੇ ਜਿਹੜਾ ਆਪਣੇ ਉਰੇ ਹਾਈਪਰ ਨੈਸ਼ਨਲਿਜ਼ਮ ਸੈਂਟੀਮੈਂਟ ਹੈ, ਉਹਨੂੰ ਕਾਡਰ ਕਰਿਆ ਜਾ ਰਿਹਾ, ਕਿਉਂਕਿ ਦੋਨੋਂ ਪਾਸੇ ਵੋਟਾਂ ਨੇ। ਜੇ ਤੁਸੀਂ ਅਸਲ 'ਚ ਦੇਖੋਗੇ ਵੀ ਕਿੰਨੇ ਲੋਕਾਂ ਨੂੰ ਅਸਰ ਪੈਣਾ, ਬਹੁਤ ਥੋੜੇ ਲੋਕਾਂ ਨੂੰ ਅਸਰ ਪੈਣਾ। ਤੇ ਵੋਟਾਂ ਦੇ ਵਿਚਕਾਰ ਤੁਹਾਨੂੰ ਐ ਨਹੀਂ ਲੱਗਦਾ ਉੱਥੇ ਜਿਹੜੇ ਬੱਚੇ ਨੇ ਜਾਂ ਬੱਚਿਆਂ ਨੇ ਜਿਹੜੇ ਨੇ ਜਾਣਾ ਹੈ, ਉਹ ਫਸ ਜਾਣਗੇ ਵਿੱਚ? ਨਹੀਂ, ਫਸਦੇ ਨਹੀਂ ਹੈਗੇ। ਮਾਹੌਲ ਜ਼ਰੂਰ ਤਣਾਅਪੂਰਨ ਬਣਿਆ ਜਾਂਦਾ ਹੈ। ਜਦੋਂ ਅਸਲ 'ਚ ਮਾਹੌਲ ਤਣਾਅਪੂਰਨ ਹੁੰਦਾ ਨਾ ਜੀ, ਜਦੋਂ ਤੁਸੀਂ ਕਨਫਿਊਜ਼ਨਾਂ ਦੇ ਦੌਰ 'ਚ ਹੁੰਦੇ ਆ, ਤੁਹਾਨੂੰ ਡਰ ਲੱਗਦਾ ਹੁੰਦਾ ਆ, ਤਾਂ ਉਦੋਂ ਤੁਸੀਂ ਇੱਕ ਉਮੀਦ ਭਾਲਦੇ ਆ। ਤਾਂ ਇਸ ਟਾਈਮ 'ਤੇ ਜਿਹੜੀ ਤੁਹਾਡੇ ਕੋਲ ਉਮੀਦ ਆਉਣੀ ਹੈ, ਉਹ ਰਾਜਨੀਤਿਕ ਪਾਰਟੀ ਨੇ ਲੈ ਕੇ ਆਉਣੀ ਹੈ, ਉਹ ਤੁਹਾਡੀ ਵੋਟ ਲੈਣ ਵਾਸਤੇ ਆਉਣਾ ਆ।
ਮੈਨੂੰ ਨਹੀਂ ਲੱਗਦਾ ਇਹਦੇ 'ਚ ਜੇ ਅਸਲ 'ਚ ਦੇਖਿਆ ਜਾਵੇ ਤਾਂ ਕੋਈ ਖਾਸ ਇੰਪੈਕਟ ਹੁੰਦਾ। ਹੁਣ ਦੇਖੋ ਆਮ ਪਬਲਿਕ ਹੈ ਮੈਡਮ, ਆਪਣੀ ਜ਼ਿੰਦਗੀ ਰੁਝੇਵਿਆਂ ਦੇ ਵਿੱਚ ਆਪਾਂ ਸਾਰੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਅਲਝੇ ਹੋਏ ਹਾਂ ਜੀ। ਤੁਹਾਡਾ ਪੱਤਰਕਾਰਿਤਾ ਤੁਹਾਡਾ ਵਿਸ਼ਾ ਹੈ, ਕੰਸਲਟੈਂਸੀ ਮੇਰਾ ਵਿਸ਼ਾ ਹੈ। ਆਪਣੀ ਇਹਨਾਂ ਦੋ ਵਿਸ਼ਿਆਂ 'ਚ ਪਕੜ ਹੋ ਸਕਦੀ ਆ, ਹੋਰ ਵਿਸ਼ਿਆਂ 'ਚ ਪਕੜ ਨਹੀਂ ਹੈਗੀ। ਜਿਹੜਾ ਹੁਣ ਕੋਈ ਜ਼ਿਮੀਂਦਾਰ ਹੈ, ਕੋਈ ਖੇਤੀਬਾੜੀ ਵਾਲਾ ਬੰਦਾ, ਉਹਦੀ ਇਹ ਰਾਜਨੀਤਿਕ ਸੰਬੰਧਾਂ ਪਰ ਜਿਹੜੇ ਦੋ ਦੇਸ਼ਾਂ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਨਹੀਂ ਸਮਝ ਹੈਗੀ ਇਸ ਚੀਜ਼ ਦੀ, ਤਾਂ ਉਹਨਾਂ ਦਾ ਪੈਨਿਕ ਕਰਨਾ ਇਹ ਲਾਜ਼ਮੀ ਗੱਲ ਹੈ। ਆਮ ਬੰਦਾ ਹੈ ਕਿਉਂਕਿ ਉਹਨਾਂ ਦਾ ਇਹ ਵਿਸ਼ਾ ਨਹੀਂ ਹੈਗਾ, ਤਾਂ ਉਹ ਪੈਨਿਕ ਕਰਨਗੇ ਵੀ ਸਾਡੇ ਬੱਚੇ ਦੀ ਐਪਲੀਕੇਸ਼ਨ ਲੱਗੀ ਹੋਈ ਹੈ ਜਾਂ ਅਸੀਂ ਲਾਉਣੀ ਹੈ, ਤਾਂ ਬਟ ਮੈਨੂੰ ਇਹਦਾ ਇੰਪਲੀਮੈਂਟ ਕੋਈ ਹੁੰਦਾ ਦਿਖ ਨਹੀਂ ਰਿਹਾ। 1901 ਤੋਂ ਲੈ ਕੇ ਹੁਣ ਤੱਕ ਜੇ ਆਪਾਂ 2023 ਦੇ ਅੰਕੜੇ ਦੀ ਗੱਲ ਕਰਦੇ ਹਾਂ ਤਾਂ 3 ਗੁਣਾ ਜੋ ਪੰਜਾਬੀ ਨੇ ਉਹ ਇੰਡੀਆ ਤੋਂ ਕੈਨੇਡਾ ਪ੍ਰਵਾਸ ਕਰਦੇ ਕਰ ਚੁੱਕੇ ਨੇ ਜੀ। ਠੀਕ ਹੈ, ਤੇ ਇਸ ਸਮੇਂ 2.1% ਜੋ ਹੈ ਉੱਥੇ ਪੰਜਾਬੀ ਨੇ। ਹਾਂਜੀ, ਠੀਕ ਹੈ, ਉਹ 2.5% ਦਾ ਅੰਕੜਾ 2.3% ਜੋ ਨੇ ਹਿੰਦੂ ਵੋਟ ਹੈ। ਹਾਂਜੀ, ਤਾਂ ਹੁਣ ਇਹਨਾਂ ਦੋਨਾਂ ਦੇ ਵਿੱਚ ਜੋ ਅੰਕੜੇ ਨੇ ਉਹਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਵੀ ਉੱਥੇ ਵਸਦੇ ਨੇ। 40% ਜਿਹੜੇ ਨੇ ਉਹ ਭਾਰਤੀ ਸਟੂਡੈਂਟ ਮੰਨੇ ਜਾਂਦੇ ਨੇ ਜਿਹੜੇ ਕੈਨੇਡਾ ਦੇ ਵਿੱਚ ਵਸਦੇ ਨੇ। ਹੁਣ ਜੋ ਉੱਥੇ ਦੇ ਸਟੂਡੈਂਟਸ ਕਹਿੰਦੇ ਨੇ, ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਜੋ ਰਾਏ ਰੱਖ ਰਹੇ ਨੇ ਬੱਚੇ ਉੱਥੇ ਦੇ, ਉਹ ਕਹਿੰਦੇ ਨੇ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਲੈਣਾ ਦੇਣਾ ਹੀ ਨਹੀਂ ਹੈ। ਉਹ ਜੋ ਮਰਜ਼ੀ ਬੋਲੀ ਜਾਣ, ਚਾਹੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਕੁਝ ਬੋਲ ਰਿਹਾ ਹੈ, ਚਾਹੇ ਇੰਡੀਆ ਦੇ ਡੈਲੀਗੇਟਸ ਕੁਝ ਬੋਲ ਰਹੇ ਨੇ, ਉਹ ਕਹਿੰਦੇ ਨੇ ਅਸੀਂ ਕਦੇ ਇਹ ਚੀਜ਼ ਕੈਨੇਡਾ ਦੇ ਵਿੱਚ ਫੇਸ ਹੀ ਨਹੀਂ ਕੀਤੀ। ਜੇ ਉੱਥੇ ਕੋਈ ਪ੍ਰੋਟੈਸਟ ਵੀ ਹੁੰਦਾ ਹੈ ਤਾਂ ਬਿਲਕੁਲ ਈਜ਼ੀ ਮੈਥਡ ਦੇ ਨਾਲ ਹੁੰਦਾ। ਹਾਂਜੀ, ਉੱਥੇ ਐਮਬੈਸੀਜ਼ ਦੇ ਅੱਗੇ ਜਾਂ ਕੰਸਲਟੈਂਟ ਜਿਹੜੀਆਂ ਉੱਥੇ ਦੇ ਲੋਕਲ ਕਾਉਂਸਲੇਟਸ ਹੁੰਦੇ ਨੇ, ਲੋਕਲ ਆਪਣੇ ਬਾਹਰਲੀਆਂ ਕੰਟਰੀਆਂ ਦੇ, ਉੱਥੇ ਪ੍ਰੋਟੈਸਟ ਕਰਨਾ ਸੌਖਾ ਆ। ਜੇ ਆਪਾਂ ਕਹੀਏ ਵੀ ਅਸੀਂ ਨਿਊ ਦਿੱਲੀ ਜਾ ਕੇ ਚਨੱਕੇਪੁਰੀ ਦੇ ਵਿੱਚ ਕਿਸੇ ਐਮਬੈਸੀ ਦੇ ਅਗੇਂਸਟ ਪ੍ਰੋਟੈਸਟ ਕਰਨਾ ਉੱਥੇ ਸੌਖਾ ਨਹੀਂ ਹੈਗਾ। ਆਪਣੇ ਸਿਕਿਉਰਿਟੀ ਅਰੇਂਜਮੈਂਟਸ ਹੋਰ ਤਰ੍ਹਾਂ ਦੇ ਹੁੰਦੇ ਨੇ, ਉੱਥੇ ਹੋਰ ਤਰ੍ਹਾਂ ਦੇ ਹੁੰਦੇ ਨੇ। ਬਾਕੀ ਜਿਹੜਾ ਤੁਸੀਂ ਅੰਕੜਾ ਦਿੱਤਾ 2.1% ਤੇ 2.5% ਦਾ, ਇਹਦੇ ਵਿੱਚ ਵੀ ਅਗੇਨ ਇਹ ਅੰਕੜਿਆਂ ਦੇ ਨਾਲ ਤਾਂ ਹੋਰ ਕਲੀਅਰ ਹੁੰਦਾ ਕਿ ਰਾਜਨੀਤੀ ਹੈ। ਟਰੂਡੋ ਨੂੰ ਬੈਕ ਕਰਦੇ ਨੇ ਸਿੱਖ ਡਾਇਸਪੋਰਾ ਦੀ। ਹੁਣ ਜਿਹੜਾ ਹਿੰਦੂ ਡਾਇਸਪੋਰਾ ਆ ਉਹ ਸਪਲਿਟ ਹੋਊਗਾ ਇਹਦੇ ਵਿੱਚ। ਇਹਦੇ ਨਾਲ ਕੀ ਹੈ ਕਿ ਪ੍ਰੋ ਖਾਲਿਸਤਾਨ ਸਟੇਟਮੈਂਟ ਆ ਰਹੀ ਹੈ, ਸਰਕਾਰ ਉਹਨੂੰ ਕਾਊਂਟਰ ਕਰ ਰਹੀ ਹੈ, ਤਾਂ ਉੱਥੇ ਹਿੰਦੂ ਸਿੱਖ ਦਾ ਡਿਵਾਈਡ ਪੈਦਾ ਹੋ ਜਾਣਾ ਜੀ। ਤਾਂ ਜਦੋਂ ਹੀ ਇਹ ਟਰੂਡੋ ਦਾ ਬਿਆਨ ਆਇਆ, ਤੁਸੀਂ ਉਹ ਤੋਂ ਬਾਅਦ ਦੇਖਦੇ ਹੋ ਨੈਕਸਟ ਡੇ ਕਿ ਉਹਨਾਂ ਦੇ ਲੀਡਰ ਆਫ ਆਪੋਜੀਸ਼ਨ ਦਾ ਬਿਆਨ ਵੀ ਆ ਗਿਆ ਜੀ ਕਿ ਸਾਨੂੰ ਇਹਦੇ 'ਚ ਐਵੀਡੈਂਸ ਚਾਹੀਦਾ ਆ ਵੀ ਸਾਡੇ ਵਾਸਤੇ ਵੀ ਸਾਡੇ ਦੇਸ਼ ਦਾ ਨਾਗਰਿਕ ਮਾਰਿਆ ਗਿਆ, ਸਾਨੂੰ ਇਹਦੇ ਵਿੱਚ ਐਵੀਡੈਂਸ ਚਾਹੀਦਾ ਆ। ਆਪੋਜੀਸ਼ਨ ਵੀ ਕੁੱਦ ਗਈ। ਆਪੋਜੀਸ਼ਨ ਇਸ ਕਰਕੇ ਕੁੱਦ ਗਈ ਵੀ ਜਿਹੜਾ ਡਿਵਾਈਡ ਪੈਦਾ ਹੋ ਰਿਹਾ ਹੈ, ਤਾਂ ਜੇ ਟਰੂਡੋ ਸਿੱਖਾਂ ਦੀ ਵੋਟ ਲੈ ਕੇ ਜਾ ਰਿਹਾ ਤਾਂ ਆਪੋਜੀਸ਼ਨ ਕੰਜ਼ਰਵੇਟਿਵ ਪਾਰਟੀਜ਼ ਹਿੰਦੂ ਵੋਟ ਲੈਣ ਦੀ ਕੋਸ਼ਿਸ਼ ਕਰਨਗੀਆਂ। ਸੋ ਇਹ 'ਚ ਰਾਜਨੀਤੀ ਹੈ। ਕੋਈ ਇੱਦਾਂ ਦਾ ਅੰਕੜਾ, ਕੋਈ ਇੱਦਾਂ ਦੀ ਕਾਰਵਾਈ ਦਵੱਲਿਓ ਹੋਈ ਹੋਵੇ ਜਿਹਦੇ ਨਾਲ ਆਮ ਜਾਂ ਪੜ੍ਹਨ ਵਾਲੇ ਬੱਚੇ ਤੇ ਜਾਂ ਵਪਾਰ ਕਰਨ ਵਾਲੇ ਬੰਦਿਆਂ ਤੇ ਕੋਈ ਅਸਰ ਪਿਆ ਹੋਵੇ, ਕੋਈ ਅਸਰ ਨਹੀਂ ਪੈ ਰਿਹਾ ਜੀ। ਤਾਂ ਹੁਣ ਜਿਹੜੇ ਤੁਹਾਡੇ ਕੋਲ ਵੀ ਸਵਾਲ ਹੋਣਗੇ, ਤੁਹਾਨੂੰ ਵੀ ਫੋਨ ਕਰ ਰਹੇ ਹੋਣੇ ਬੱਚੇ 2-3 ਦਿਨਾਂ ਤੋਂ ਕਿ ਸਾਨੂੰ ਤਾਂ ਨਹੀਂ ਵਾਪਸ ਭੇਜ ਦੇਣਗੇ, ਸਾਨੂੰ ਤਾਂ ਨਹੀਂ ਕहेंगे ਵੀ ਚਲੋ ਸਾਡਾ ਮੁਲਕ ਖਾਲੀ ਕਰ ਦਿਓ। ਨਹੀਂ ਮੈਮ, ਇੱਦਾਂ ਵਾਪਸ ਨਹੀਂ ਕਰਿਆ ਜਾਂਦਾ ਹੁੰਦਾ। ਲੋਕਤੰਤਰਿਕ ਦੇਸ਼ ਨੇ ਇਹ। ਚਾਹੇ ਵੀ ਅਸੀਂ ਮੋਸਟਲੀ ਜਿਹੜਾ ਆਪਣਾ ਪੰਜਾਬ ਤੋਂ ਬੱਚਾ ਪ੍ਰਵਾਸ ਕਰਦਾ ਕਾਮਨਵੈਲਥ ਕੰਟਰੀਜ਼ ਦੇ ਵਿੱਚ ਕਰਦਾ, US ਹੋ ਗਿਆ, ਕੈਨੇਡਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ ਹੋ ਗਿਆ ਜਾਂ UK ਹੋ ਗਿਆ ਜੀ। ਇਹਨਾਂ 'ਚ ਆਪਣਾ ਕਾਮਨਵੈਲਥ ਕੰਟਰੀਜ਼ ਨੇ, ਇਹਨਾਂ 'ਚ ਆਪਣਾ ਬੱਚਾ ਪ੍ਰਵਾਸ ਕਰਦਾ ਹੈ ਜੀ। ਇਹ ਲੋਕਤੰਤਰਿਕ ਮੁਲਕ ਨੇ। ਇੱਥੋਂ ਜੇ ਉਹਨਾਂ ਨੇ ਤੁਹਾਨੂੰ ਕੱਢਣਾ ਵੀ ਹੋਵੇ ਤਾਂ ਬਕਾਇਦਾ ਕਾਨੂੰਨ ਦੇ ਆਧਾਰ ਤੇ ਕੱਢਣਾ ਪਊਗਾ ਉਹਨਾਂ ਨੂੰ। ਉਹ ਬਿਨਾਂ ਕਾਨੂੰਨ ਤੋਂ ਤੁਹਾਨੂੰ ਕੱਢ ਵੀ ਨਹੀਂ ਸਕਦੇ। ਤੁਸੀਂ ਉਸ ਮੁਲਕ ਦੇ ਨਾਗਰਿਕ ਨਹੀਂ ਵੀ ਹੈਗੇ ਤਾਂ ਵੀ ਤੁਹਾਨੂੰ ਉੱਥੇ ਕਾਨੂੰਨੀ ਸ਼ਹਿ ਮਿਲਦੀ ਆ। ਜੇ ਅੱਜ ਤੁਹਾਡਾ ਮੰਨ ਲਓ ਵੀਜ਼ਾ ਕੈਂਸਲ ਕਰ ਦਿੰਦੀ ਹੈ ਐਮਬੈਸੀ, ਤੁਹਾਡੇ ਕੋਲ ਉੱਥੇ ਅਪੀਲ ਦਾ ਰਾਈਟ ਹੈਗਾ ਆ, ਤਾਂ ਇੱਦਾਂ ਨਹੀਂ ਉਹ ਕੱਢ ਸਕਦੇ। ਇਹ ਡਰਕੋਨੀਅਨ ਦੇਸ਼ਾਂ ਦੇ ਵਿੱਚ ਹੋਇਆ ਕਰਦਾ ਜੀ, ਜਿਹੜੀਆਂ ਡਿਕਟੇਟਰ ਸਰਕਾਰਾਂ ਹੁੰਦੀਆਂ ਨੇ। ਸ਼ਾਇਦ ਤੁਹਾਨੂੰ ਯਾਦ ਹੋਏਗਾ ਈਦੀ ਅਮੀਨ ਦਾ ਜਿਹੜਾ ਇਨਸੀਡੈਂਟ ਸੀਗਾ, ਉਹ ਸੱਤਾ ਪਲਟ ਕਰਕੇ ਇੱਕ ਫੌਜੀ ਸੀਗਾ, ਉਹ ਤਾਨਾਸ਼ਾਹ ਬਣਿਆ ਸੀਗਾ। ਉਹਨੇ ਰਾਤੋਂ ਰਾਤ ਕਹਿਤਾ ਕਿ ਜੇ ਏਸ਼ੀਅਨ ਕੰਟਰੀਜ਼ ਛੱਡ ਦੋ ਨਹੀਂ ਅਸੀਂ ਮਾਰ ਦੇਣੇ। ਬਟ ਇਹਨਾਂ ਮੁਲਕਾਂ ਦੇ ਵਿੱਚ ਇੱਦਾਂ ਨਹੀਂ ਹੋਇਆ ਕਰਦਾ। ਜੇ ਮੰਨ ਲਓ ਇਹਨਾਂ ਨੇ ਇਹ ਚੀਜ਼ਾਂ ਕਰਨੀਆਂ ਵੀ ਹੋਣਗੀਆਂ ਤਾਂ ਉਹਨਾਂ ਦੇ ਇੱਕ ਤਰੀਕੇ ਹੁੰਦੇ ਨੇ ਕਰਨ ਦੇ ਤਰੀਕੇ। ਮੰਨ ਲਓ ਜਿਹੜਾ ਬੱਚਾ ਹੁਣ ਉੱਥੇ ਪਹੁੰਚ ਗਿਆ ਜੀ, ਉਹ ਪੜ੍ਹ ਰਿਹਾ ਆ, ਉਹ ਆਪਣੀ ਕੰਡੀਸ਼ਨਸ ਪੂਰੀਆਂ ਕਰ ਰਿਹਾ ਹੈ, ਉਹ ਵੱਧ ਤੋਂ ਵੱਧ ਸਖਤਾਈ ਕਰ ਦੇਣਗੇ ਕਿ ਚੈੱਕ ਕਰ ਲਾ ਜਾਣਗੇ ਕਿ ਬੱਚੇ 20 ਘੰਟੇ ਤੋਂ ਜ਼ਿਆਦਾ ਕੰਮ ਤਾਂ ਨਹੀਂ ਕਰਦੇ ਹੈਗੇ, ਤਾਂ ਉਹ ਥੋੜੀ ਗਲਤੀ ਲੱਭਣਗੇ। ਜਾਂ ਮੰਨ ਲਓ ਤੁਸੀਂ ਉਹਨਾਂ ਨੇ ਜੇ ਤੁਹਾਨੂੰ ਵਰਕ ਪਰਮਿਟ ਅਪਲਾਈ ਕਰਿਆ ਕਿਸੇ ਬੱਚੇ ਨੇ, ਹੁਣ ਵਰਕ ਪਰਮਿਟ ਦੇ ਵੇਲੇ ਬਹੁਤ ਜ਼ਿਆਦਾ ਰੂਲਸ ਨੇ ਜਿਹੜੇ ਉਹ ਧਿਆਨ 'ਚ ਰੱਖਦੇ ਨੇ। ਬੱਚੇ ਦਾ ਪਿਛਲੇ ਸਾਲ 2 ਸਾਲ ਦਾ ਟਰੈਕ ਰਿਕਾਰਡ ਚੈੱਕ ਕਰਦੇ ਨੇ। ਜਿੱਦਾਂ ਬੱਚੇ ਇੱਥੋਂ ਜਾਂਦੇ ਨੇ ਕਾਲਜ ਯੂਨੀਵਰਸਿਟੀ ਲੈ ਕੇ, ਉੱਥੇ ਜਾ ਕੇ ਚੇਂਜ ਕਰ ਲੈਂਦੇ ਨੇ। ਉੱਥੇ ਦਾ ਰੂਲ ਇਹ ਕਹਿੰਦਾ ਕਿ ਤੁਸੀਂ ਪਹਿਲਾ ਸਮੈਸਟਰ ਕੰਪਲੀਟ ਕਰੇ ਬਿਨਾਂ ਆਪਣਾ DLI ਪ੍ਰੋਵਾਈਡਰ ਚੇਂਜ ਨਹੀਂ ਕਰ ਸਕਦੇ। ਹੁਣ ਉੱਥੇ ਜਾ ਕੇ ਬੱਚਾ ਆਪਣਾ DLI ਪ੍ਰੋਵਾਈਡਰ ਚੇਂਜ ਕਰ ਗਿਆ।
ਅੱਜ ਦੀ ਡੇਟ 'ਚ ਬੱਚਾ ਕਰਦਾ ਆ, ਉਹ ਫਿਰ ਵੀ ਵਰਕ ਪਰਮਿਟ ਅਪਲਾਈ ਕਰਦਾ, ਉਹਨੂੰ ਮਿਲ ਜਾਂਦਾ ਆ। ਹੋ ਸਕਦਾ ਵੀ ਇਸ ਚੀਜ਼ ਨੂੰ ਜਿਹੜਾ ਰੂਲ ਉੱਥੇ ਆਲਰੇਡੀ ਹੈਗਾ ਸੀ ਪਰ ਉਹਨੂੰ ਉਹ ਲਾਗੂ ਨਹੀਂ ਸੀ ਕਰ ਰਹੇ ਚੰਗੀ ਤਰ੍ਹਾਂ, ਹੋ ਸਕਦਾ ਉਹਨੂੰ ਲਾਗੂ ਕਰਕੇ ਉੱਥੇ ਵੀਜ਼ਾ ਕੈਂਸਲ ਕਰਨਾ ਸ਼ੁਰੂ ਕਰ ਦੇਣ। ਤਾਂ ਇਦਾਂ ਦੇ ਤਰੀਕੇ ਹੁੰਦੇ ਨੇ ਉਹਨਾਂ ਕੋਲ। ਪਰ ਤੁਹਾਨੂੰ ਨਹੀਂ ਲੱਗਦਾ ਜੇ ਮੰਨ ਲਓ ਸਟੇਟ ਨੋਮੀਨੇਸ਼ਨਸ ਦੇ ਪੁਆਇੰਟ ਵਧਾ ਦੇਣਗੇ ਕਿ ਜਿਸ ਜ਼ਿਆਦਾ ਪੁਆਇੰਟਸ ਤੇ ਕੰਪੀਟ ਕਰੋ, ਤਾਂ ਇਹ ਚੀਜ਼ਾਂ ਹੁੰਦੀਆਂ ਨੇ। ਜੇ ਉਹਨਾਂ ਨੇ ਤੁਹਾਨੂੰ ਵਾਪਸ ਭੇਜਣਾ ਉਹ ਇਦਾਂ ਭੇਜਣਗੇ, ਉਹਨਾਂ ਦੇ ਹੱਲ ਹੁੰਦੇ ਨੇ, ਅਪੀਲਾਂ ਹੁੰਦੀਆਂ ਨੇ। ਇਹ ਨਹੀਂ ਹੈਗਾ ਵੀ ਜੀ ਚੱਕੋ ਜੁੱਲੀ ਬਿਸਤਰਾ ਤੇ ਗੋਲੀ ਹੋ ਜਾਓ, ਇਹ ਕੰਮ ਨਹੀਂ ਹੁੰਦਾ। ਪਰ 19% ਜੇ ਉੱਥੇ ਇੰਡੀਅਨਸ ਨੇ ਤਾਂ ਲੱਗਦਾ ਨਹੀਂ ਕਿ ਬਹੁਤ ਸਾਰਾ ਕੰਮ ਜਿਹੜਾ ਉੱਥੇ ਇਸ ਸਮੇਂ ਕੈਨੇਡਾ ਦੇ ਵਿੱਚ ਹੋ ਰਿਹਾ ਹੈ, ਚਾਹੇ ਉੱਥੇ ਇਕਨੋਮੀ ਬੇਸਿਸ ਦੇ ਆਪਾਂ ਜੇਕਰ ਗੱਲ ਕਰਦੇ ਹਾਂ, ਠੀਕ ਹੈ, ਤਾਂ ਬਹੁਤ ਸਾਰਾ ਕੰਮ ਉਹ ਭਾਰਤੀਆਂ ਤੋਂ ਲੈ ਰਹੇ ਨੇ ਬੇਸਿਕਲੀ। ਤਾਂ ਐਵੇਂ ਜਿਹਾ ਪੰਗਾ ਲੈਣਾ ਇੰਡੀਆ ਦੇ ਨਾਲ ਬੇਵਕੂਫੀ ਨਹੀਂ ਲੱਗਦੀ? ਬਿਲਕੁਲ ਉਹੀ ਮੇਨ ਗੱਲ ਮੈਂ ਇਹ ਕਹਿ ਰਿਹਾ ਜੀ। ਦੇਖੋ ਮੇਨ ਮੇਰੇ ਜਿਹੜੇ, ਜੇ ਤੁਸੀਂ ਮੇਰੇ ਨਜ਼ਰੀਏ ਨਾਲ ਦੇਖੋ, ਕਿਉਂਕਿ ਮੇਰੇ ਕੋਲੋਂ ਬੱਚੇ ਨੇ ਕੈਨੇਡਾ ਤੋਂ ਇੰਡੀਆ ਨਹੀਂ ਆਉਣਾ ਹੈਗਾ ਜੀ, ਮੇਰੇ ਕੋਲੋਂ ਬੱਚੇ ਨੇ ਇੰਡੀਆ ਤੋਂ ਕੈਨੇਡਾ ਜਾਣਾ ਹੈ ਜੀ। ਤਾਂ ਜੇ ਕੈਨੇਡਾ ਮੰਨ ਲਓ ਕਹਿ ਦਿੰਦਾ ਹੈ ਜੀ ਅਸੀਂ ਬੱਚਾ ਨਹੀਂ ਲੈਣਾ ਹੈਗਾ ਇੰਡੀਆ ਤੋਂ, ਉਹਨਾਂ ਦਾ ਕਿੱਡਾ ਵੱਡਾ ਰੈਵਨਿਊ ਦਾ ਸੋਰਸ ਹੈ। ਜਿਹੜਾ ਬੱਚਾ ਇੱਥੋਂ ਫੀਸ ਭਰ ਰਿਹਾ ਹੈ, GIC ਭਰ ਰਿਹਾ ਆ, ਉਹ ਐਡਾ ਵੱਡਾ ਸੋਰਸ ਉਹ ਆਪਣਾ ਨਹੀਂ ਲੱਤ ਮਾਰਨਗੇ ਕਦੇ ਵੀ ਉਹਦੇ ਤੇ। ਇੰਡੀਆ ਨੂੰ ਉਹਨਾਂ ਤੋਂ ਐਡਾ ਵੱਡਾ ਸੋਰਸ ਨਹੀਂ ਹੈਗਾ, ਇਸ ਕਰਕੇ ਇੰਡੀਆ ਨੇ ਉਹਦੇ ਪਰ ਇੰਪਲੀਮੈਂਟੇਸ਼ਨ ਉਹਨਾਂ ਨੇ ਆਪਣਾ ਰੂਲ ਠੋਕਤਾ ਜੀ ਅਸੀਂ ਵੀਜ਼ਾ ਨਹੀਂ ਦੇਣਾ ਹੈਗਾ। ਬਟ ਕੈਨੇਡਾ ਇੰਡੀਆ ਤੋਂ ਸਾਨੂੰ ਫਰਕ ਨਹੀਂ ਪੈ ਰਿਹਾ ਕਿਉਂਕਿ ਉੱਥੋਂ ਨਹੀਂ ਆਣਾ, ਉਹ ਸਾਡਾ ਵੀਜ਼ਾ ਨਹੀਂ ਬੰਦ ਕਰਨਗੇ ਕਿਉਂਕਿ ਉਹਨਾਂ ਨੂੰ ਸਾਡੀ ਹਾਲ ਦੀ ਘੜੀ 'ਚ ਲੋੜ ਹੈ। ਸਾਲ 2 ਸਾਲ ਬਾਅਦ ਇਸ ਚੀਜ਼ ਨੂੰ ਇੰਪਲੀਮੈਂਟ ਕਰ ਦੇਣ ਕਹਿ ਨਹੀਂ ਸਕਦੇ ਆਪਾਂ, ਬਟ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਸਾਡੀ ਜ਼ਰੂਰਤ ਹੈ, ਇਸ ਕਰਕੇ ਇਸ ਚੀਜ਼ ਤੇ ਮੈਨੂੰ ਅਸਰ ਹੁੰਦਾ ਨਾ। ਉੱਥੇ ਦੇ ਸਟੂਡੈਂਟਸ ਨੂੰ ਉਹ ਕੱਢਣਗੇ ਨਾ, ਉੱਥੇ ਦੇ ਜਿਹੜੇ ਪਰਮਨੈਂਟ ਰੈਜ਼ੀਡੈਂਟਸ ਹੈ ਉਹਨਾਂ ਨੂੰ ਕੱਢਣਗੇ। ਉਹਨਾਂ ਕੋਲ ਮੈਡਮ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕੋਲ ਟੈਕਸ ਪੇ ਕਰਨ ਦੇ ਲਈ ਬੰਦੇ ਨਹੀਂ ਹੈਗੇ ਜੀ। ਉਹਨਾਂ ਦੀ ਪਾਪੂਲੇਸ਼ਨ ਜਿਹੜੀ ਲੋਕਲ ਪਾਪੂਲੇਸ਼ਨ ਹੈ ਉੱਥੇ ਦੀ, ਉਹ ਬੁੜੀ ਹੋ ਰਹੀ ਹੈ। ਬੱਚੇ ਉਹ ਲੋਕਲ ਘੱਟ ਜੰਮ ਰਹੇ ਨੇ ਕਿਉਂਕਿ ਮਹਿੰਗਾਈ ਹੋਣ ਕਰਕੇ ਉੱਥੇ ਬੱਚਾ ਪਾਲਣਾ, ਰੇਜ਼ ਕਰਨਾ ਬਹੁਤ ਔਖਾ ਹੋਇਆ ਪਿਆ ਜੀ। ਇਸ ਕਰਕੇ ਉਹ ਇਮੀਗ੍ਰੈਂਟ ਬੁਲਾ ਰਹੇ ਨੇ। ਨਾ ਤਾਂ ਇਮੀਗ੍ਰੈਂਟ ਨੂੰ 18 ਸਾਲ ਤੱਕ ਕੋਈ ਸਹੂਲਤ ਦੇਣੀ। ਪੂਰੇ ਹੋ ਰਹੇ ਨੇ ਇਸ ਟਾਈਮ ਤੇ? ਇਸ ਟਾਈਮ ਹਾਲੇ ਵੀ 2.5 ਲੱਖ ਬੱਚੇ ਦਾ ਸ਼ਾਰਟੇਜ ਹੈ। 10 ਲੱਖ ਬੰਦੇ ਦਾ ਟਾਰਗੇਟ ਸੀਗਾ ਜਿਹੜਾ ਰਿਵਾਈਜ਼ ਹੋਇਆ ਸੀ, ਉਹਦੇ ਚੋਂ ਵੀ ਅੱਜ ਦੀ ਡੇਟ 'ਚ ਵੀ 2.5 ਲੱਖ ਬੰਦਾ 2.5 ਲੱਖ ਬੰਦਾ ਪੂਰਾ ਕਰਨ ਦੇ ਲਈ ਐਟਲੀਸਟ 2 ਤੋਂ 3 ਸਾਲ ਲੱਗਣੇ ਨੇ ਉਹਨਾਂ ਨੂੰ। ਸੋ ਜੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਦਿਖੂਗਾ, ਕੈਨੇਡਾ 'ਚ ਸਖਤਾਈ ਦਿਖੂਗੀ, 2 ਤੋਂ 3 ਸਾਲ ਬਾਅਦ ਦਿਖੇਗੀ, ਉਸ ਤੋਂ ਪਹਿਲਾਂ ਨਹੀਂ ਦਿਖਦੀ ਹੈਗੀ। ਤਾਂ ਹੁਣ ਬੱਚਿਆਂ ਨੂੰ ਮਤਲਬ ਜਿਹੜੀ ਪੈਨਿਕ ਵਾਲੀ ਸਿਚੁਏਸ਼ਨ ਹੈ ਉਹਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਨਾ, ਜਿਹੜੇ ਹੁਣ ਜਾਣ ਵਾਲੇ ਨੇ ਕੈਨੇਡਾ ਦੇ ਵਿੱਚ, ਕਿਉਂਕਿ ਹੁਣ ਇਨਟੇਕਸ ਹੋਣਗੀ ਆਉਣ ਵਾਲੇ ਸਮੇਂ ਦੇ ਵਿੱਚ। ਪਿਛਲੇ 1 ਹਫ਼ਤੇ ਤੋਂ ਇਹ ਚੀਜ਼ ਚੱਲ ਰਹੀ ਹੈ ਜੀ, ਠੀਕ ਹੈ ਕਿ ਨਹੀਂ, ਸ਼ਾਇਦ 4-5 ਦਿਨ ਹੋਏ ਨੇ ਇਹਦੇ ਵਿੱਚ, ਬਟ 4-5 ਦਿਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਡੇਲੀ ਵੀਜ਼ਾ ਆ ਰਿਹਾ। ਜੇ ਕੋਈ ਇਦਾਂ ਦੀ ਚੀਜ਼ ਹੋਈ ਹੁੰਦੀ ਤਾਂ ਹੋ ਸਕਦਾ ਸੀਗਾ ਵੀ ਵੀਜ਼ਾ ਸਲੋ ਹੋ ਜਾਂਦਾ, ਪ੍ਰੋਸੈਸਿੰਗ ਸਲੋ ਹੋ ਜਾਂਦੀ, ਜਾਂ ਰਿਫਿਊਜ਼ਲਸ ਵੱਧ ਜਾਂਦੀਆਂ। 10-10 ਸਾਲ ਦੇ 12-12 ਸਾਲ ਦੇ ਗੈਪ ਦੇ ਬੱਚਿਆਂ ਦੇ ਵੀਜ਼ਾ ਆ ਰਿਹਾ ਜੀ, 3-3 4-4 ਰਿਫਿਊਜ਼ਲਾਂ ਤੋਂ ਬਾਅਦ ਵੀਜ਼ਾ ਆ ਰਿਹਾ। ਸੋ ਅੱਜ ਦੀ ਘੜੀ 'ਚ ਇੰਡੀਆ ਤੋਂ ਬੱਚਾ ਕੈਨੇਡਾ ਲੈਣਾ ਬੰਦ ਕਰ ਦੂਗਾ, ਮੈਨੂੰ ਕੋਈ ਹਾਲਾਤ ਨਹੀਂ ਦਿਖ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਅਗਲੇ 6 ਮਹੀਨੇ ਸਾਲ ਦੇ ਵਿੱਚ ਉਹ ਆਲਟਰਨੇਟ ਮਾਰਕੀਟ ਖੜੀ ਕਰ ਲੈਣ ਕਿ ਅਸੀਂ ਇੰਡੀਆ ਦੀ ਬਜਾਏ ਅਸੀਂ ਕੋਈ ਹੋਰ ਕੰਟਰੀ ਟਾਰਗੇਟ ਕਰ ਲੈਂਦੇ ਆ ਜਿਹੜਾ ਸਾਡਾ STS ਦਾ ਖਰਚਾ ਚੱਕ ਸਕਦੀ ਆ। ਹੋ ਸਕਦਾ ਉਸ ਟਾਈਮ ਤੇ ਉਹ ਵੀਜ਼ਾ ਬੰਦ ਕਰ ਦੇਣ, ਪਰ ਇਹ ਚੀਜ਼ ਨਹੀਂ ਹੋ ਰਹੀ। ਪਿੱਛੇ ਉਹਨਾਂ ਨੇ SDS ਕੈਟਾਗਰੀ 'ਚ ਚੇਂਜਸ ਕਰੀਆਂ ਸੀਗੀਆਂ। SDS ਕੈਟਾਗਰੀ 'ਚ ਕੁਝ ਕੰਟਰੀਆਂ ਸੀਗੀਆਂ, ਉਹਨਾਂ ਨੇ 6-7 ਕੰਟਰੀਜ਼ ਹੋਰ ਐਡ ਕਰੀਆਂ। ਉਸ ਤੋਂ ਬਾਅਦ ਸਡਨਲੀ ਇੱਕ ਵਾਰ ਰਿਫਿਊਜ਼ਲ ਵਧੀ ਕਿਉਂਕਿ ਇੰਡੀਆ ਦਾ ਕੋਟਾ ਘਟਿਆ। ਬਟ ਜਿਹੜੀਆਂ ਕੰਟਰੀਜ਼ ਉਹਨਾਂ ਨੇ ਨਵਾਂ ਪਲਾਨ ਇੰਟਰੋਡਿਊਸ ਕਰਿਆ ਸੀ ਉੱਥੋਂ ਉਹਨਾਂ ਦਾ ਟਾਰਗੇਟ ਨੰਬਰ ਹੀ ਨਹੀਂ ਪੂਰਾ ਹੋਇਆ, ਕਿਉਂਕਿ ਮੈਂ ਬੱਚਾ ਭੇਜਣ ਲਈ ਕੈਨੇਡਾ ਅੱਜ ਦੀ ਡੇਟ 'ਚ 20 ਲੱਖ ਰੁਪਇਆ ਲੱਗਦਾ ਜੀ, ਅਰਾਊਂਡ 40-45 ਹਜ਼ਾਰ ਡਾਲਰ ਮਿਨੀਮਮ ਇੱਥੋਂ ਤੁਹਾਨੂੰ ਲਾਉਣਾ ਪੈਂਦਾ। ਹੋਰ ਦੇਸ਼ਾਂ ਦੇ ਵਿੱਚ ਜਿੱਥੋਂ ਟਾਰਗੇਟ ਕੋਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉੱਥੇ ਲੋਕਾਂ ਕੋਲ 40-45 ਹਜ਼ਾਰ ਡਾਲਰ ਭਰਨ ਦੀ ਕੈਪੈਸਿਟੀ ਨਹੀਂ ਹੈਗੀ, ਉਹ ਸਿਰਫ ਇੰਡੀਅਨਸ ਕੋਲ, ਇੰਡੀਆ ਹੀ ਭਰ ਰਿਹਾ ਹੈ ਉਹਨਾਂ ਨੂੰ। ਇਹੀ ਇੱਕ ਕਾਰਨ ਹੈ ਵੀ ਜਿਹਦੇ ਕਰਕੇ ਅੱਜ ਦੇ ਹਾਲਾਤਾਂ 'ਚ ਮੈਨੂੰ ਲੱਗਦਾ ਆ ਵੀ ਇਹ ਚੀਜ਼ਾਂ ਚਾਹੇ ਜੋ ਮਰਜ਼ੀ ਹੋਈ ਜਾਣ, ਰਾਜਨੀਤਿਕ ਬਿਆਨ ਜਿੰਨੇ ਮਰਜ਼ੀ ਹੋਈ ਜਾਣ, ਪਰ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਕੋਈ ਅਸਰ ਪਊਗਾ ਵੀਜ਼ੇ ਤੇ। ਰੂਲਸ ਕਿਹੜੇ ਚੇਂਜ ਹੋ ਸਕਦੇ ਨੇ ਇਹਦੇ ਵਿੱਚ? ਮਤਲਬ ਜੇ ਉਹਨਾਂ ਨੇ ਆਪਣਾ ਕੁਝ ਦਿਖਾਣੀ ਵੀ ਹੋਈ ਕਿ ਅਸੀਂ ਥੋੜੀ ਜਿਹੀ ਆਪਣੇ ਆਪ ਨੂੰ ਉੱਪਰ ਰੱਖਣਾ ਵੀ ਹੈਗਾ, ਆਪਣੇ ਆਪ ਨੂੰ ਸ਼ੋਅ ਵੀ ਕਰਨਾ ਹੈ, ਤਾਂ ਉਹ ਕਿਹੜੇ ਰੂਲਸ ਜਿਹੜੇ ਨੇ ਹੇਰਾ ਫੇਰੀ ਕਰ ਸਕਦੇ ਨੇ? ਹੇਰਾ ਫੇਰੀ ਜਿੱਦਾਂ ਕਿ ਹੁਣ 4-5 ਸਾਲ ਦੇ ਗੈਪ ਵਾਲੇ ਬੱਚੇ ਨੂੰ ਵੀ ਵੀਜ਼ਾ ਮਿਲ ਰਿਹਾ ਜੀ, ਉਹ ਬੰਦ ਕਰ ਦੇਣਗੇ। ਹੋ ਸਕਦਾ ਕਿ ਇੱਕ ਮੋਡਿਊਲ 'ਚ 5.5 ਵਾਲਾ ਬੱਚਾ ਲੈ ਲੈਣ, 2 ਮੋਡਿਊਲ 'ਚ 5.5 ਵਾਲੇ ਦੀ ਰਿਫਿਊਜ਼ਲ ਵਧਾ ਦੇਣ, ਜਾਂ ਪਰਸੈਂਟੇਜ ਘੱਟ ਵਾਲਾ, ਜਿੱਦਾਂ 50% ਦੇ ਵੀ ਅੱਜ ਦੀ ਡੇਟ 'ਚ ਤੁਸੀਂ ਕੈਨੇਡਾ ਦੀ ਐਪਲੀਕੇਸ਼ਨ ਲਾ ਦਿਓ ਵੀਜ਼ਾ ਆ ਰਿਹਾ,
ਹੋ ਸਕਦਾ ਉਹ 50% ਵਾਲਿਆਂ ਦੀ ਰਿਫਿਊਜ਼ਲ ਵੱਧ ਜਾਵੇ। ਸੋ ਫਿਲਟਰ ਕਰ ਸਕਦੇ ਨੇ, ਉਹ ਟੋਟਲੀ ਨਹੀਂ ਬੰਦ ਕਰ ਸਕਦੇ। ਬੰਦ ਨਹੀਂ ਕਰ ਸਕਦੇ। ਹੋ ਕਰੀਮ ਪ੍ਰੋਫਾਈਲ ਨੂੰ ਤਾਂ ਜਦੋਂ ਮੈਮ ਡੰਡ ਪੈ ਜਾਂਦੀ ਹੈ ਜੀ, ਕੈਨੇਡਾ ਨੇ ਵੀਜ਼ੇ ਬੰਦ ਕਰਤੇ, ਕੈਨੇਡਾ ਨੇ ਵੀਜ਼ੇ ਬੰਦ ਕਰਤੇ, ਜਿਹੜਾ ਕਰੀਮ ਪ੍ਰੋਫਾਈਲ ਆ ਉਦੋਂ ਵੀ ਜਾਂਦਾ ਰਹਿੰਦਾ। ਆਸਟ੍ਰੇਲੀਆ 'ਚ ਸਾਰਾ ਸਾਲ ਰੌਲੇ 'ਚ ਹੀ ਲੰਘ ਗਿਆ 2023 ਦਾ ਜੀ, ਕਿ ਆਸਟ੍ਰੇਲੀਆ ਨੇ ਬੰਦ ਕਰਤੇ ਜੀ, ਆਸਟ੍ਰੇਲੀਆ ਨੇ ਵੀਜ਼ੇ ਬੰਦ ਕਰਤੇ ਜੀ। ਮੇਰੇ ਕੋਲ ਸਾਰੀ 5% ਰਿਫਿਊਜ਼ਲ ਆ, 95% ਅਪਰੂਵਲ ਰੇਟ ਆਇਆ। ਕਰੀਮ ਪ੍ਰੋਫਾਈਲ ਲਏਗਾ ਹੀ ਲਏਗਾ, ਕਿਉਂਕਿ ਇਕੱਲਾ ਉਹਨਾਂ ਨੇ ਪੈਸਾ ਨਹੀਂ ਲੈਣਾ ਜੀ, ਉਹਨਾਂ ਨੂੰ ਇੱਕ ਪੜ੍ਹਿਆ ਲਿਖਿਆ ਇਮੀਗ੍ਰੈਂਟ ਵੀ ਚਾਹੀਦਾ ਜਿਹਨੇ 65 ਸਾਲ ਤੱਕ ਟੈਕਸ ਭਰਨਾ। ਸੋ ਇਹ ਜਿਹੜੀਆਂ ਪਾਲਿਸੀਜ਼ ਨੇ ਇਹਨਾਂ ਦੀਆਂ ਲੌਂਗ ਟਰਮ ਪਾਲਿਸੀਜ਼ ਹੁੰਦੀਆਂ ਨੇ ਜੀ, ਲੌਂਗ ਟਰਮ ਨੀਤੀਆਂ ਹੁੰਦੀਆਂ ਨੇ ਕਿ ਲੋਕਾਂ ਨੂੰ ਬਾਹਰੋਂ ਲੈ ਕੇ ਆਓ, ਉਹਨਾਂ ਨੂੰ ਸੈਟਲ ਕਰੋ, ਉਹ ਪੈਸਾ ਵੀ ਲੈ ਕੇ ਆਉਣਗੇ, ਆਪਣੀ ਪੂੰਜੀਆਂ ਵੀ ਲੈ ਕੇ ਆਉਣਗੇ, ਆਪਣੇ ਮਾਂ-ਬਾਪ ਨੂੰ ਵੀ ਲੈ ਕੇ ਆਉਣਗੇ, ਅੱਗੇ ਬੱਚੇ ਜੰਮਣਗੇ, ਪਾਪੂਲੇਸ਼ਨ, ਟੈਕਸ ਪੇਅਰਸ, ਬੇਬੀ ਬੂਮਰ, ਇਹ ਸਾਰਾ ਸਰਕਲ ਉਹਨਾਂ ਦਾ ਘੁੰਮਦਾ ਆ। ਸੋ ਇਹ ਰਾਤੋਂ ਰਾਤ ਨਹੀਂ ਬੰਦ ਹੁੰਦੀਆਂ ਜੀ। ਮੰਨ ਲਓ ਜੇ ਸਰਕਾਰਾਂ ਦੇ ਦਿਮਾਗ ਖਰਾਬ ਹੀ ਹੋ ਜਾਣ, ਲੀਡਰ ਡਰਕੋਨੀਅਨ ਹੋ ਜਾਣ। ਟਰੰਪ ਨੇ ਪਾਬੰਦੀ ਲਾਈ ਸੀਗੀ ਜੀ ਅਮਰੀਕਾ ਦੇ ਵਿੱਚ ਵੀ ਅਸੀਂ ਕੁਝ ਮੁਸਲਿਮ ਕੰਟਰੀਆਂ 'ਚੋਂ ਡਾਇਰੈਕਟ ਫਲੈਟ ਹੀ ਨਹੀਂ ਆਉਣ ਦੇਣੀ, ਕਿਉਂਕਿ ਉਹ ਕਹਿੰਦੇ ਵੀ ਇਹਨਾਂ ਮੁਲਕਾਂ 'ਚੋਂ ਇਲੀਗਲ ਇਮੀਗ੍ਰੈਂਟਸ ਆਉਂਦਾ ਆ। ਠੀਕ ਹੈ ਜੀ, ਉਹਦੇ ਵਿੱਚ ਹਾਲਾਂਕਿ ਇਲੀਗਲ ਇਮੀਗ੍ਰੈਂਟ ਜਹਾਜ਼ 'ਚ ਨਹੀਂ ਆਉਂਦਾ, ਬਾਰਡਰ ਟੱਪ ਕੇ ਆਉਂਦਾ ਹੁੰਦਾ ਜੀ, ਬਟ ਉਹ ਪਾਬੰਦੀ ਟਰੰਪ ਨੇ ਲਾਈ ਕਿਉਂ ਸੀ? ਉਹਨੇ ਆਪਣੇ ਵੋਟਰ ਜਿਹੜਾ ਐਂਟੀ ਮੁਸਲਿਮ ਵੋਟਰ ਸੀਗਾ ਉਹਨੂੰ ਕਾਡਰ ਕਰਨ ਦੇ ਲਈ ਲਾਈ ਸੀਗੀ, ਬਟ ਕੋਰਟ ਨੇ ਉਹਦਾ ਆਰਡਰ ਸਟਰਕ ਡਾਊਨ ਕਰਤਾ ਵੀ ਇਹ ਡੈਮੋਕ੍ਰੈਟਿਕ ਆਰਡਰ ਨਹੀਂ ਹੈਗਾ, ਕੋਰਟ ਨੇ ਆਰਡਰ ਘੇਰਤਾ ਜੀ। ਸੋ ਇੰਨਾ ਮੇਰੇ ਖਿਆਲ 'ਚ ਡਰਨ ਵਾਲੀ ਜਾਂ ਪੈਨਿਕ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ, ਕਿਉਂਕਿ ਦੇਖਣ ਵਾਲੀ ਮੰਗ ਦੇਖੋ ਕੀ ਹੈ ਜੀ ਸਮੇਂ ਦੀ। ਸਾਡਾ ਚਾਈਨਾ ਨਾਲ ਵਿਵਾਦ ਹੋਇਆ, ਅਸੀਂ ਚਾਈਨਾ ਦਾ ਰਾਜ ਇੱਥੋਂ ਡਿਪਲੋਮੈਟ ਨਹੀਂ ਤੋਰਿਆ, ਨਾ ਚਾਈਨਾ ਨੇ ਸਾਡਾ ਡਿਪਲੋਮੈਟ ਤੋਰਿਆ, ਕਿਉਂਕਿ ਦੋਨਾਂ ਦੇਸ਼ਾਂ ਨੂੰ ਲੜਾਈ ਵਧਾ ਕੇ ਨੁਕਸਾਨ ਸੀ। ਕੈਨੇਡਾ ਦੇ ਵਿੱਚ ਅੱਜ ਦੀ ਹਾਲਾਤ ਇਹ ਨੇ ਵੀ ਜੇ ਅਸੀਂ ਉਹਨਾਂ ਨਾਲ ਸੰਬੰਧ ਤੋੜਦੇ ਵੀ ਹਾਂ, ਘਟਾਉਂਦੇ ਵੀ ਹਾਂ, ਤਾਂ ਸਾਨੂੰ ਨੁਕਸਾਨ ਨਹੀਂ ਹੈਗਾ, ਬਟ ਜੇ ਕੈਨੇਡਾ ਸਾਡੇ ਜਿੰਨੇ ਸਖਤ ਡਿਸੀਜਨ ਲੈਂਦਾ ਹੈ ਤਾਂ ਉਹਨਾਂ ਨੂੰ ਨੁਕਸਾਨ ਹੈ। ਇਹ ਉਮੀਦ ਦਾ ਕਾਰਨ ਹੈ ਵੀ ਜਿਹਦੇ ਕਰਕੇ ਮੈਨੂੰ ਲੱਗਦਾ ਵੀ ਇੰਨਾ ਜ਼ਿਆਦਾ ਅਸਰ ਨਹੀਂ ਪਊਗਾ ਇਸ ਚੀਜ਼ ਤੇ। ਬਹੁਤ ਬਹੁਤ ਧੰਨਵਾਦ ਅਤਰਪਾਲ ਸਿੰਘ ਜੀ, ਬੜੀ ਬੇਬਾਕੀ ਦੇ ਨਾਲ ਤੁਸੀਂ ਇਸ ਮੁੱਦੇ ਦੇ ਉੱਤੇ ਰਾਏ ਰੱਖੀ। ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਕੰਸਲਟੈਂਟਸ ਆ ਉਹ ਗੁਰੇਜ਼ ਕਰ ਰਹੇ ਨੇ ਇਸ ਮੁੱਦੇ ਨੂੰ ਛੇੜਨ ਤੋਂ, ਕਹਿੰਦੇ ਨੇ ਸਰਕਾਰਾਂ ਦੇ ਮੁੱਦੇ ਨੇ, ਅਸੀਂ ਸਰਕਾਰਾਂ ਦੇ ਮੁੱਦੇ ਨੇ। ਪਰ ਗੱਲ ਆਪਾਂ ਦੇਖੋ ਕਿਸੇ ਸਰਕਾਰ ਨੂੰ ਕ੍ਰਿਟਿਸਾਈਜ਼ ਕਰਨ ਜਾਂ ਉਹ ਚੀਜ਼ ਨਹੀਂ, ਉਹ ਤੁਹਾਡਾ ਪੱਤਰਕਾਰਾਂ ਦਾ ਕੰਮ ਹੈ ਜੀ। ਮੇਰਾ ਕੰਮ ਸਿਰਫ ਇਹ ਆ ਵੀ ਜਿਹੜਾ ਬੱਚਾ ਮੇਰੇ ਨਾਲ ਜੁੜਿਆ ਹੈ ਜਾਂ ਜੋ ਮੇਰੀ ਇੰਡਸਟਰੀ ਦਾ ਪੱਖ ਹੈ ਮੈਂ ਉਹ ਰੱਖਾਂ। ਸੋ ਮੈਨੂੰ ਇਹਦੇ 'ਚੋਂ ਰਾਜਨੀਤੀ ਲੱਭਦੀ ਹੈ, ਮੈਨੂੰ ਇਹਦੇ 'ਚ ਕੋਈ ਅਸਰ ਹੁੰਦਾ ਦਿਖ ਨਹੀਂ ਰਿਹਾ। ਧੰਨਵਾਦ ਪੱਖ ਰੱਖਣ ਦੇ ਲਈ। ਮੈਂ ਉਮੀਦ ਕਰਦੀ ਹਾਂ ਕਿ ਹੁਣ ਇਹ ਜੋ ਮਸਲਾ ਭਾਰਤ ਤੇ ਕੈਨੇਡਾ ਵਿਚਕਾਰ ਖੜਾ ਹੋਇਆ ਹੈ ਉਸ ਦੇ ਰਿਗਾਰਡਿੰਗ ਜੋ ਸਟੂਡੈਂਟਸ ਨੂੰ ਜਾਂ ਉੱਥੇ ਦੇ ਵਸਨੀਕ ਨੇ ਜਾਂ ਭਾਰਤੀ ਜੋ ਕੈਨੇਡਾ ਜਾਂਦੇ ਨੇ ਉਹਨਾਂ ਦੇ ਵਿੱਚ ਇਹ ਸਿਚੁਏਸ਼ਨ ਨਹੀਂ ਪੈਦਾ ਹੋਏਗੀ, ਉਹਨਾਂ ਨੂੰ ਪੈਨਿਕ ਨਹੀਂ ਹੋਣਗੇ ਉਹ ਇੰਨਾ। ਬਾਕੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕੈਨੇਡਾ ਦੇ ਵੱਲੋਂ ਹੋਰ ਕੀ ਕੁਝ ਜਿਹੜਾ ਇਸ ਮੁੱਦੇ ਨੂੰ ਲੈ ਕੇ ਆਪਣੀ ਜਿਹੜੀ ਰਾਏ ਸਾਹਮਣੇ ਰੱਖੀ ਜਾਂਦੀ ਹੈ, ਪਰ ਭਾਰਤ ਕਲੀਅਰ ਹੈ ਕਿ ਉਸਨੇ ਕੀ ਕਰਨਾ ਹੈ। ਉਹ ਵਾਰ-ਵਾਰ ਆਪਣੇ ਬਿਆਨ ਜਿਹੜੇ ਨੇ ਉਹ ਸਾਹਮਣੇ ਰੱਖ ਰਿਹਾ, ਕਿਉਂਕਿ ਮੈਨੂੰ ਲੱਗਦਾ ਨਹੀਂ ਕਿ ਭਾਰਤ ਨੂੰ ਇਸ ਗੱਲ ਤੋਂ ਕੋਈ ਵੀ ਫਰਕ ਪੈਂਦਾ। ਬਾਕੀ ਸਾਰੀ ਇੰਟਰਵਿਊਜ਼ ਦੇ ਲਈ ਤੁਸੀਂ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ। ਹੁਣ ਮੈਨੂੰ ਸ਼ਿਖਾ ਸੰਧੀ ਨੂੰ ਦੇ ਦਿਓ ਇਜਾਜ਼ਤ। ਧੰਨਵਾਦ।